राग सूही महला तीजा। घर पहला अष्टपदिया। एक ओंकार सतगुर प्रसाद। नामै ही ते सब किछ हुआ। बिन सतगुर नाम ना जापै। गुर का शब्द महारस मीठा। बिन चाखे साध ना जापै। नामै ही ते सब किछ हुआ। बिन सतगुर नाम ना जापै। गुर का शब्द महारस मीठा। बिन चाखे साध ना जापै। कौडी बदलै जन्म गवाया। चीनस नाही आपै। गुरमुख होवै तां एको जानै। हऊँ मैं दुख ना संतापै। बलिहारी गुर अपने विटों। जिन साचे स्यों लिवलाई। शब्द चीन आत्म परगासिया। सहजे रहया समाई। बलिहारी गुर अपने विटों। जिन साचे स्यों लिवलाई। शब्द चीन आत्म परगासिया। सहजे रहया समाई। रहाओ। वाहिगुरु जी का खालसा वाहिगुरु जी की फतेह। रखो अपनी शरण प्रभ। मोह कृपा धारे। सेवा कछु ना जानहा। नीच मूर्खारे। मान करो तुद ऊपरे। मेरे प्रीतम प्यारे। हम अपराधी सद भूलते। तुम बख्शन हारे। हम अवगुण करें असंख नीत। तुम निर्गुण दातारे। दासी संगत प्रभु त्याग। ए कर्म हमारे। तुम देवो सब किछ दयाधार। हम अकिरत कनारे। लाग परे तेरे दान स्यों। नह चेत खसमारे। तुझ ते बाहर किछ नहीं।
ਭਾਵ ਕਾਟਨ ਹਾਰੇ। ਕਹੋ ਨਾਨਕ ਸ਼ਰਨ ਦਇਆਲ ਗੁਰ, ਲੇਹੋ ਭੁਗਦ ਉਦਾਰੇ। ਤੁਝ ਤੇ ਬਾਹਰ ਕਿਛ ਨਹੀਂ, ਭਾਵ ਕਾਟਨ ਹਾਰੇ। ਕਹੋ ਨਾਨਕ ਸ਼ਰਨ ਦਇਆਲ ਗੁਰ, ਲੇਹੋ ਮੁਗਧ ਉਧਾਰੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰਗੱਦੀ ਤੇ ਬਿਰਾਜਮਾਨ ਚਵਰ ਛਤਰ ਤਖਤ ਦੇ ਬਾਲਕ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ। ਵਡਭਾਗੀ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਬਿਹਰਾਮਤ ਸਦਕਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਸਮਾਗਮ ਦੀ ਆਪ ਹਾਜ਼ਰੀ ਭਰ ਰਹੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਮੁਖਾੜ ਬਿੰਦ ਤੋਂ ਅੱਜ ਦੇ ਆਏ ਹੋਏ ਪਵਿੱਤਰ ਮੁਖਵਾਕ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਸਤਿਗੁਰੂ ਜੀ ਦਾ ਇਹ ਮੁਖਵਾਕ ਸੂਹੀ ਰਾਗ ਦੇ ਅੰਦਰ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 753 ਔਰ 54 ਦੇ ਉੱਤੇ ਸੁਸ਼ੋਭਿਤ ਹੈ। ਸਤਿਗੁਰੂ ਜੀ ਦੇ ਇਸ ਪਾਵਨ ਮੁਖ ਵਾਕ ਜੋ ਅਸ਼ਟਪਦੀ ਦੇ ਰੂਪ ਦੇ ਅੰਦਰ ਹੈ, 8 ਪਦੀਆਂ ਹਨ, 8 ਪਦੇ ਹਨ ਇਸ ਪਾਵਨ ਅਸ਼ਟਪਦੀ ਦੇ, ਔਰ ਹਰ ਪਦੇ ਦੀਆਂ 4-4 ਪੰਕਤੀਆਂ ਹਨ ਔਰ 2 ਪੰਕਤੀਆਂ ਰਹਾਉ ਦੀਆਂ ਬੰਦ ਦੀਆਂ ਹਨ। ਇਸ ਤਰੀਕੇ ਦੇ ਨਾਲ ਕੁੱਲ 34 ਪੰਕਤੀਆਂ ਦਾ ਇਹ ਪਾਵਨ ਮੁਖ ਵਾਕ ਹੈ। ਤੋ ਆਓ ਸਤਿਗੁਰੂ ਜੀ ਦੇ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਆਪ ਸੰਗਤ ਸਰਵਨ ਕਰਨ ਦੀ ਕਿਰਪਾਲਤਾ ਕਰੋ। ਵਿਚਾਰਾਂ ਦੀ ਪਰਮਤਾ ਤੋਂ ਪਹਿਲਾਂ ਆਓ ਗੁਰਦੇਵ ਦੇ ਪਾਵਨ ਚਰਨਾਂ ਦੇ ਅੰਦਰ ਫਤਿਹ ਬੁਲਾ ਕੇ ਹਾਜ਼ਰੀ ਲਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹਲਾ ਤੀਜਾ। ਘਰ ਪਹਿਲਾ ਆਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ। ਸੂਹੀ ਰਾਗ ਦੇ ਅੰਦਰ ਸਤਿਗੁਰੂ ਜੀ ਦੇ ਪਾਵਨ ਬਚਨ ਹਨ। ਮਹਿਲਾ ਤੀਜਾ ਭਾਵ ਨਾਨਕ ਜੋਤ ਨੇ ਤੀਸਰੇ ਜਾਮੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਤਿਗੁਰੂ ਮਹਾਰਾਜ ਨੇ ਇਹ ਪਾਵਨ ਬਚਨ ਉਚਾਰਨ ਕੀਤੇ ਹਨ। ਘਰ ਪਹਿਲਾ, ਪਹਿਲੇ ਘਰ ਦੇ ਅੰਦਰ ਗਾਉਣ ਦੀ ਹਿਦਾਇਤ ਹੈ ਔਰ ਅਸ਼ਟਪਦੀਆਂ ਭਾਵ ਇਸ ਪਵਿੱਤਰ ਸ਼ਬਦ ਦੇ ਮੁੱਖ ਵਾਕ ਦੀਆਂ 8 ਪਦੀਆਂ ਹਨ, 8 ਪਦੇ ਹਨ। ਜਿਵੇਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਜੋ ਗਵੜੀ ਰਾਗ ਦੇ ਅੰਦਰ ਹੈ, ਉਸ ਪਾਵਨ ਬਾਣੀ ਉਹ ਵੀ ਅਸ਼ਟਪਦੀਆਂ ਦੇ ਰੂਪ ਦੇ ਅੰਦਰ ਦਰਜ ਹੈ। ਇਸੇ ਤਰੀਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹ ਪਾਵਨ ਬਚਨ ਵੀ ਅਸ਼ਟਪਦੀਆਂ ਦੇ ਰੂਪ ਦੇ ਅੰਦਰ ਸਤਿਗੁਰੂ ਮਹਾਰਾਜ ਦੇ ਅੰਦਰ ਮੌਜੂਦ ਹਨ। ਉਸ ਤੋਂ ਉਪਰੰਤ ਸਤਿਗੁਰੂ ਮਹਾਰਾਜ ਨੇ ਮੂਲ ਮੰਤਰ ਦਾ ਸੰਖੇਪ ਰੂਪ ਜੋ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮੇਸ਼ਵਰ ਇੱਕ ਹੈ ਜੋ ਸਾਰੀ ਸ੍ਰਿਸ਼ਟੀ ਦੇ ਅੰਦਰ ਇੱਕ ਰਸ ਰਮਿਆ ਹੋਇਆ ਹੈ ਔਰ ਐਸੇ ਇੱਕ ਰਸ ਰਮੇ ਪਰਮੇਸ਼ਵਰ ਵਾਹਿਗੁਰੂ ਨਿਰੰਕਾਰ ਦੀ ਪ੍ਰਾਪਤੀ ਪੂਰੇ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਨਾਮੈ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ। ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਪਾਵਨ ਅਸ਼ਟਪਦੀ ਦੇ ਪਹਿਲੀ ਪੰਕਤੀ ਦੇ ਅੰਦਰ ਬਚਨ ਕਰਦੇ ਹਨ, ਨਾਮੇ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ।
ਆਤਮਿਕ ਜੀਵਨ ਦੇ ਅੰਦਰ ਸੱਚ ਦੀ ਪ੍ਰਾਪਤੀ, ਧਰਮ ਦੀ ਪ੍ਰਾਪਤੀ, दैवी गुणां दी प्राप्ति ये नाम तो हुंदी है। नामै ही ते सब किछ होआ। सब किछ तो भाव जीवन के अंदर सब तो वड्डी जिहड़ी जीवन की प्राप्ति है, जो जीवन का मकसद है, जो जीवन का आनंद है, जो जीवन का सुख है, जो जीवन के अंदर करते पुरख मालक की प्राप्ति का कारज है, ये सारा कुछ नाम तो ही प्राप्त हुंदा है। जिवें सूरज तो सारी रोशनी मिलती है, सारी रोशनी का केंद्र की है? सारी रोशनी का केंद्र सूरज है। सूरज तो बिना रोशनी कितों नहीं आ सकती। इसे तरीके आत्मिक जीवन की प्राप्ति, आत्मिक सुख की प्राप्ति, आत्मिक आनंद ते खेड़े की प्राप्ति, गुरमत ज्ञान की प्राप्ति, विवेक बुद्ध की प्राप्ति, ये करते पुरख मालक के नाम तो हुंदी है। नाम तो बिना जीवन के अंदर आत्मिक जीवन मिलता नहीं है। सुखमनी साहब जी की पावन बाणी के अंदर सतगुरु महाराज ने बचन लिखे हैं, बहु शास्त्र बहु सिमरती पेखे सर्ब ढोल, पूजस नाही हर हरे नानक नाम अमोल। होर सिमरतियां शास्त्र जितने भी होर दैवी तौर के उत्ते कहे जाते हुए कर्मकांड हैं, अध्यात्मिक तौर के उत्ते मानतावां हैं, सतगुरु कहते ने मैं सारे ढंढोल के देखे हैं, पर कोई भी नाम की बराबरी नहीं करता। जाप ताप ज्ञान सब ध्यान, खट शास्त्र सिमरत वख्यान, योग अभ्यास कर्म धर्म किरिया, थगल त्याग बन मदे फिरिया, अनक प्रकार किए बहु जतना, पुन दान होमे कर रतना, शरीर कटाए होमे कर राती, वर्त नेम करे बहु भाती। सतगुरु कहते नहीं तुल राम नाम विचार, नानक गुरमुख नाम जपिए एक बार। नामे ही ते सब कुछ हुआ। परमात्मा के नाम तो ही सारिया दैवी दातां अध्यात्मिक जीवन की प्राप्ति होनी है, पर यह नाम गुरु तो बिना प्राप्त नहीं हुंदा। नामे ही ते सब कुछ हुआ, बिन सतगुर नाम ना जापै। जापै तो भाव इत्थे की जापदा नहीं है, महसूस नहीं हुंदा। आत्मिक जीवन की उस बंदे नूं खबर ही नहीं हुंदी जिहड़ा बंदा गुरु की शरण विच नहीं आउंदा। गुरु की शरण में पै के ही अध्यात्मिक जीवन का प्रकाश नाम की बरकत नाल हुंदा है। क्योंकि गुरु है ही ऐसी शख्सियत, सतपुरख जिन जानिया सतगुर तिसका नाओ, तिसकै संग सिख उधरै नानक हर गुण गाओ। इस करके गुरुदेव जीवन के अंदर गुरु की वडियाई, गुरु की लोड़, गुरु की जरूरत नूं बयान करते हुए बचन करते ने, आत्मिक जीवन नाम तो प्राप्त हुंदा है, पर नाम की सूझ जिहड़ी है वो गुरु की शरण विच आके ही प्राप्त हुंदी है। गुर का शब्द महारस मीठा, बिन चाखे साध ना जापै। गुर का शब्द महारस मीठा, बिन चाखे साध ना जापै। अध्यात्मिक रस गुरु के शब्द के अंदर है। अध्यात्मिक ज्ञान महारस करते पुरख मालक की बंदगी का जो आनंद है, जिसनों महारस किया है, वो शब्द के अंदर मौजूद है। ते शब्द नूं जिहड़ा बंदा चखदा है, शब्द नूं जिहड़ा बंदा सुनदा है, शब्द नूं जिहड़ा बंदा समझदा विचारदा बुझदा ते दृढ़ करदा है, जदों शब्द नाल जीव का संबंध कायम हुंदा है, तां ही इस शब्द की बरकत दे नाल उसनूं आत्मिक रस आउंदा है। नहीं तो शब्द तो बिना बंदा इस आत्मिक रस तो खुंजिया रहिंदा है। जिवें भाई लहणा जी किन्नी देर जदों गुरु नानक सच्चे पातशाह जी की शरण में नहीं सन आए, तो भाई लहणा अपनी जिंदगी के अंदर कई समा इहो जे बाहरमुखी कर्म कांडां दे अंदर लगाउंदे रहे, देवी देवतियां दीयां यात्रावां ते जांदे रहे, पर आत्मिक आनंद नहीं बनिया, आत्मिक रस नहीं आया, क्योंकि अजे तक शब्द नाल संबंध नहीं बनिया। ते भाई जोध दे मुखों भाई लहणे ने सतगुरु गुरु नानक सच्चे पातशाह जी की पावन बाणी के अंदरों बचन सरवण कीते, जित सेवी है सुख पाई है, सो साहिब सदा संभाली है, जित कीता पाइए अपना साताल बुरी क्यों घाली है, मंदा मूल ना कीचई दे लम्मी नदर निहाली है, जो साहिब नाल ना हारी है, तेवे हो पासा ढाली है, किछ लाहे उपर घाली है। ये शब्द भाई जोध दे मुखों भाई लहणे ने सरवण किया, शब्द का रस आया, शब्द का आनंद आया, अंदर विवेक बुद्ध पैदा हुई, आत्मिक खेड़ा प्रतीत होया, ते भाई लहणा
ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਬਿਹਬਲ ਹੋ ਉੱਠਿਆ। ਉਸਨੇ ਮਨ ਦੇ ਅੰਦਰ ਨਿਸ਼ਚਾ ਕੀਤਾ ਕਿ ਇਸ ਵਾਰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਜ਼ਰੂਰ ਕਰਨੇ। ਭਾਈ ਲਹਿਣਾ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਕਰਤਾਰਪੁਰ ਦੀ ਪਾਵਨ ਧਰਤੀ ਤੇ ਪਹੁੰਚਿਆ, ਜਿਸ ਕਰਤਾਰਪੁਰ ਦੀ ਨਗਰੀ ਦਾ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜੋ ਪਾਕਿਸਤਾਨ ਦੇ ਅੰਦਰ ਹੈ ਆਪਣੇ ਆਪ ਨਿਰਮਾਣ ਕਰਾਇਆ। ਉਸ ਥਾਂ ਦੇ ਉੱਤੇ ਭਾਈ ਲਹਿਣੇ ਨੇ ਜਾ ਕੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸੇ, ਸਤਿਗੁਰੂ ਦੇ ਸ਼ਬਦ ਨੂੰ ਸਰਵਣ ਕੀਤਾ, ਤੇ ਜਦੋਂ ਸਤਿਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਇਆ ਤੇ ਭਾਈ ਲਹਿਣੇ ਨੂੰ ਹੋਰ ਬਾਰੀ ਤੌਰ ਦੇ ਉੱਤੇ ਜੋ ਕਰਮਕਾਂਡ ਪਹਿਲਾਂ ਕਰਦਾ ਸੀ ਸਾਰੇ ਤਿਆਗ ਦਿੱਤੇ। ਕਹਿਣ ਲੱਗਾ ਮੈਨੂੰ ਹੁਣ ਉਹ ਰਸ ਆ ਗਿਆ ਜਿਸ ਰਸ ਦੀ ਬਰਕਤ ਦੇ ਨਾਲ ਮੇਰੇ ਲਈ ਜੀਵਨ ਦੇ ਅੰਦਰ ਹੋਰ ਕਿਸੇ ਕਰਮਕਾਂਡ ਦੇ ਅੰਦਰੋਂ, ਬਾਰੀ ਠਾਠੇ ਬਾਗੇ ਦੇ ਅੰਦਰੋਂ, ਭੇਖ ਭਰਮ ਦੇ ਅੰਦਰੋਂ ਉਹ ਜਿਹੜਾ ਰਸ ਨਹੀਂ ਪ੍ਰਾਪਤ ਹੋਇਆ ਸੀ, ਅੱਜ ਬੰਦਗੀ ਦੇ ਵਿੱਚੋਂ, ਅੱਜ ਸ਼ਬਦ ਦੇ ਵਿੱਚੋਂ, ਜਿਵੇਂ ਭਗਤ ਫਰੀਦ ਜੀ ਨੂੰ ਜਦੋਂ ਕਰਤੇ ਪੁਰਖ ਮਾਲਕ ਦੀ ਬਖਸ਼ਿਸ਼ ਹੋਈ ਤੇ ਭਗਤ ਫਰੀਦ ਜੀ ਨੂੰ ਉਸ ਆਤਮਿਕ ਆਨੰਦ ਦੀ ਪ੍ਰਾਪਤੀ ਹੋਈ, ਭਾਈ ਲਹਿਣੇ ਨੂੰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਉਹ ਆਨੰਦ ਪ੍ਰਾਪਤ ਹੋਇਆ। ਭਾਈ ਲਹਿਣੇ ਦੇ ਜੀਵਨ ਦੇ ਅੰਦਰੋਂ ਹੋਰ ਬਾਕੀ ਸਾਰੀ ਜਿਹੜੀ ਭੇਖ ਅਡੰਬਰ ਕਰਮਕਾਂਡੀ ਪੂਜਾ ਸੀ ਉਹ ਨਿਕਲ ਗਈ। ਇਹ ਸ਼ਬਦ ਦੀ ਬਰਕਤ ਹੈ। ਜਦੋਂ ਅਸੀਂ ਚਿੱਤ ਲਾ ਕੇ ਬਾਣੀ ਸਰਵਨ ਕਰਦੇ ਹਾਂ, ਕੀਰਤਨ ਸਰਵਨ ਕਰਦੇ ਹਾਂ, ਬਾਣੀ ਪੜ੍ਹਦੇ ਸੁਣਦੇ ਤੇ ਵਿਚਾਰਦੇ ਹਾਂ, ਸਾਡੇ ਅੰਦਰ ਆਤਮਿਕ ਰਸ ਪੈਦਾ ਹੁੰਦਾ ਹੈ, ਆਤਮਿਕ ਖੇੜਾ ਪੈਦਾ ਹੁੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰ ਕਾ ਸ਼ਬਦ ਮਹਾ ਰਸ ਮੀਠਾ, ਗੁਰੂ ਦਾ ਸ਼ਬਦ ਬਹੁਤ ਮਿੱਠਾ ਹੈ, ਬਿਨ ਚਾਖੇ ਸਾਧ ਨਾ ਜਾਪੇ। ਪਰ ਜੇ ਅਸੀਂ ਇਸ ਸ਼ਬਦ ਨੂੰ ਭੁੰਚਾਂਗੇ ਨਹੀਂ, ਸ਼ਬਦ ਨਾਲ ਜੁੜਾਂਗੇ ਨਹੀਂ, ਸ਼ਬਦ ਨਾਲ ਪ੍ਰੀਤ ਨਹੀਂ ਪੈਦਾ ਕਰਾਂਗੇ, ਸ਼ਬਦ ਨਾਲ ਸਾਡਾ ਸੰਪਰਕ ਨਹੀਂ ਬਣੇਗਾ, ਸਾਨੂੰ ਆਤਮਿਕ ਰਸ ਨਹੀਂ ਆਏਗਾ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਬਿਨ ਚਾਖੇ ਸਾਧ ਨਾ ਜਾਪੇ। ਕੌਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀ ਆਪੈ। ਐਸਾ ਬੰਦਾ ਜਿਹੜਾ ਸ਼ਬਦ ਤੋਂ ਖੁੰਝਿਆ ਰਹਿੰਦਾ ਹੈ, ਜਿਹੜਾ ਬਾਣੀ ਤੋਂ ਖੁੰਝਿਆ ਰਹਿੰਦਾ ਹੈ, ਜਿਹੜਾ ਆਤਮਿਕ ਵਿਚਾਰ ਤੋਂ ਖੁੰਝਿਆ ਰਹਿੰਦਾ ਹੈ, ਜਿਹੜਾ ਗੁਰੂ ਦੇ ਉਪਦੇਸ਼ ਤੋਂ ਖੁੰਝਿਆ ਰਹਿੰਦਾ ਹੈ, ਜਿਹੜਾ ਗੁਰਮਤਿ ਜੀਵਨ ਜਾਂਚ ਤੋਂ ਖੁੰਝਿਆ ਰਹਿੰਦਾ ਹੈ, ਐਸਾ ਬੰਦਾ ਕੀ ਕਰਦਾ ਹੈ? ਸਤਿਗੁਰੂ ਕਹਿੰਦੇ ਨੇ ਉਹ ਬੰਦਾ ਖਿਨ ਭੰਗਰ ਸੁੱਖਾਂ ਦੇ ਅੰਦਰ ਹੀ ਆਪਣਾ ਜੀਵਨ ਬਤੀਤ ਕਰ ਦਿੰਦਾ ਹੈ। ਇਹ ਖਿਨ ਭੰਗਰ ਸੁੱਖ, ਆਤਮਿਕ ਸੁੱਖ ਦੇ ਬੁਰਾਗਲੇ ਇਦਾਂ ਦੇ ਨੇ ਜਿਵੇਂ ਹੀਰੇ ਦੇ ਸਾਹਮਣੇ ਕੌਡੀ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਅਸੀਂ ਰੋਜ਼ ਪੜ੍ਹਦੇ ਹਾਂ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰਵਾਨਾ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸ ਪਰ ਹਰੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਗਰਦਬ ਦੀ ਪ੍ਰੀਤ ਭਸਮ ਦੇ ਨਾਲ ਹੈ। ਜਿਹੜੀ ਚੀਜ਼ ਛੱਡ ਜਾਣੀ ਹੈ ਉਹਦੇ ਲਈ ਦੌੜਾ ਫਿਰਦਾ ਹੈ, ਜਿਹੜੀ ਚੀਜ਼ ਤਿਆਗ ਦੇਣੀ ਹੈ ਉਹਦੇ ਮਗਰ ਭੱਜਾ ਫਿਰਦਾ ਹੈ। ਰਤਨ ਛੱਡ ਕੇ ਕੌਡੀਆਂ ਦੇ ਅਗਰ ਜੀਵ ਮਗਰ ਭੱਜਾ ਫਿਰਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਕੌਡੀ ਬਦਲੇ ਜਨਮ ਗਵਾਇਆ। ਚੀਨਸ ਨਾਹੀ ਆਪੈ, ਆਪਣੇ ਆਪੇ ਨੂੰ ਚੀਣਦਾ ਨਹੀਂ ਹੈ, ਆਪਣੇ ਆਪੇ ਦੀ ਖੋਜ ਨਹੀਂ ਕਰਦਾ, ਅੰਤਰਮੁਖੀ ਹੋ ਕਰਕੇ ਨਾਮ ਰਸ ਨਹੀਂ ਪੁੰਚਦਾ। ਗੁਰਮੁਖ ਹੋਵੇ ਤਾਂ ਏਕੋ ਜਾਣੈ, ਹਉ ਮੈਂ ਦੁਖ ਨਾ ਸੰਤਾਪੈ। ਗੁਰਮੁਖ ਹੋਵੇ ਤਾਂ ਏਕੋ ਜਾਣੈ, ਹਉ ਮੈਂ ਦੁਖ ਨਾ ਸੰਤਾਪੈ। ਜਦੋਂ ਜੀਵ ਗੁਰਮੁਖ ਹੋ ਜਾਂਦਾ, ਗੁਰੂ ਦੀ ਸ਼ਰਨ ਵਿੱਚ ਪੈ ਕੇ, ਗੁਰੂ ਦੇ ਸਨਮੁਖ ਹੋ ਕਰਕੇ ਗੁਰੂ ਦੇ ਮਾਰਗ ਦੇ ਉੱਤੇ ਤੁਰ ਪੈਂਦਾ, ਗੁਰੂ ਦੇ ਕੋਲੋਂ ਜੀਵਨ ਸੇਧ ਲੈਂਦਾ, ਫਿਰ ਸਤਿਗੁਰੂ ਕਹਿੰਦੇ ਨੇ ਹਉਮੈ ਦੁੱਖ ਨਾ ਸੰਤਾਪੈ। ਉਸ ਨੂੰ ਫਿਰ ਅੰਤਰ ਆਤਮੇ ਜਿਹੜਾ ਹਉਮੈ ਕਰਕੇ ਦੁੱਖ ਹੈ, ਜਿਵੇਂ ਸਰੀਰ ਦਾ ਇੱਕ ਰੋਗ ਹੋਵੇ ਉਹ ਬੰਦੇ ਨੂੰ ਦੁਖੀ ਕਰ ਹੀ ਰੱਖਦਾ। ਸਰੀਰ ਦਾ ਰੋਗ ਸਰੀਰ ਨੂੰ ਦੁੱਖ ਦਿੰਦਾ ਤੇ ਮਨ ਦਾ ਰੋਗ ਕੀ ਹੈ? ਹਉਮੈ ਰੋਗ ਮਨੁੱਖ ਕੋ ਦੀਨਾ। ਇਹ ਹਉਮੈ ਵੀ ਜ਼ਿੰਦਗੀ ਦੇ ਅੰਦਰ ਸਭ ਤੋਂ ਵੱਡਾ ਰੋਗ ਹੈ। ਹਉਮੈ ਦੀਰਘ ਰੋਗ ਹੈ ਔਰ ਇਹ ਰੋਗ ਉਤਨੀ ਦੇਰ ਤੱਕ ਸਤਾਉਂਦਾ ਹੈ ਜਿਤਨੀ ਦੇਰ ਤੱਕ ਹਿਰਦੇ ਦੇ ਅੰਦਰ ਨਾਮ ਦਾ ਵਾਸਾ ਨਹੀਂ ਹੁੰਦਾ। ਪਰ ਗੁਰੂ ਸ਼ਬਦ ਦੀ ਕਿਰਪਾ ਦੇ ਨਾਲ ਜਦੋਂ ਹਿਰਦੇ ਅੰਦਰ ਨਾਮ ਦਾ ਵਾਸਾ ਹੋ ਜਾਂਦਾ ਤੇ ਸਤਿਗੁਰੂ ਕਹਿੰਦੇ ਨੇ ਫਿਰ ਹਉਮੈ ਦਾ ਦੁੱਖ ਉਸ ਗੁਰਮੁਖ ਜੀਵ ਨੂੰ ਸੰਤਾਪਦਾ ਨਹੀਂ ਹੈ। ਬਲਿਹਾਰੀ ਗੁਰ ਆਪਣੇ ਵਿਟੋ, ਜਿਨ ਸਾਚੇ ਸਿਉ ਲਿਵ ਲਾਈ। ਬਲਿਹਾਰੀ ਗੁਰ ਆਪਣੇ ਵਿਟੋਂ, ਜਿਨ ਸਾਚੇ ਸਿਉ ਲਿਵ ਲਾਈ। ਉਸ ਗੁਰੂ ਤੋਂ ਸਦਾ ਬਲਿਹਾਰ ਹਾਂ, ਸਦਕੇ ਹਾਂ।
जिसने ऐसी बख्शिश की, जिन्ने सच्चे नाम दे नाल लिव लाउण दी जाच दसी, ਜਿਹੜੀ ਲਿਵ ਸੰਸਾਰ ਦੇ ਅੰਦਰ ਆ ਕੇ ਮਾਇਆ ਦੇ ਪ੍ਰਭਾਵ ਕਰਕੇ ਛੁੜਕ ਗਈ ਸੀ ਤੇ ਜ਼ਿੰਦਗੀ ਦੇ ਅੰਦਰ ਤ੍ਰਿਸ਼ਨਾ ਭਾਰੂ ਹੋ ਗਈ ਸੀ। ਉਸ ਤ੍ਰਿਸ਼ਨਾ ਦੇ ਪ੍ਰਭਾਵ ਤੋਂ ਜੀਵ ਨੂੰ ਕੱਢ ਕੇ ਦੁਬਾਰਾ ਉਸ ਕਰਤੇ ਪੁਰਖ ਮਾਲਕ ਦੇ ਚਰਨਾਂ ਦੇ ਅੰਦਰ ਲਿਵ ਲਾਉਣ ਦੀ ਜਿਹੜੀ ਜਾਚ ਹੈ ਉਹ ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ। ਤੇ ਜਿਸ ਨੂੰ ਜ਼ਿੰਦਗੀ ਦੇ ਅੰਦਰ ਇਹ ਵੱਡੀ ਦਾਤ ਪ੍ਰਾਪਤ ਹੋ ਜਾਏ, ਉਹ ਆਪਣੇ ਗੁਰੂ ਤੋਂ ਕਿਉਂ ਨਾ ਬਲਿਹਾਰ ਜਾਏ, ਕਿਉਂ ਨਾ ਸਦਕੇ ਜਾਏ। जिस बंदे का एक रोग शरीर का किसी डॉक्टर को कटिया जाए, वो अपने डॉक्टर दे सारी जिंदगी गुण गाउंदा रहिंदा है। जिहड़ा बंदा साडी जिंदगी दे अंदर साडा छोटा जिहा कारज सवार दवे, असीं सारी जिंदगी उसका एहसानमंद रहने आ। ते जिन्हां नूं इस मनुखा जीवन दे अंदर आत्मिक जीवन की दात प्राप्त हुई है, ऐसे बंदे अंतर आत्मे सदा अपने सतगुरु के चरणों के अंदर झुक के अपने गुरु तो बलिहार जाते, गुरु तो सदके जाते। बलिहारी गुर अपने देवहाड़ी सदवार, जिन मानस ते देवते किए करत न जागी वार, नारायण नरपत नमस्कारे, ऐसे गुर को बल बल जाइए आप मुकत मोहे तारे। ऐसे गुरु तो सदा बलिहार जाइए। आओ एक मिनट इन्हां पंक्तियां दा रल के गायन करिए। ऐसे गुर को बल बल जाइए, ऐसे गुर को बल बल जाइए, ऐसे गुर को बल बल जाइए, ऐसे गुर को बल बल जाइए। आप मुकत मोहे तारे, आप मुकत मोहे तारे, आप मुकत मोहे तारे, आप मुकत मोहे तारे। हाँ जी। शब्द चीन आत्म परगासिया, सहजे रहया समाई। शब्द चीन आत्म प्रगासिया, शब्द की विचार करके शब्द नूं अंतर आत्मे खोज के शब्द नाल जुड़ के अंतर आत्मे नाम का प्रकाश हो जाता। जिवें भाई लहणे की सुरत के अंदर, भाई लहणे की चेतनता के अंदर सतगुरु महाराज के कोलों जो भगती की दात प्राप्त की, शब्द की दात प्राप्त की, उस शब्द की दात के नाल अंतर आत्मे भाई लहणे दे आत्मक प्रकाश हो गया। उस प्रकाश की बरकत के नाल उस जीवन के अंदर सहज प्राप्त होया। सतगुरु गुरु अमरदास महाराज कहते हैं, शब्द चीन आत्म प्रगासिया, सहजे रहा समाई। वो फिर जीव सुरत करके मन करके बिरती करके सहज दे अंदर आत्मिक अडोलता दे अंदर टिकिया रहिंदा है। रहाओ गुरमुख गावे, गुरमुख बूझै, गुरमुख शब्द विचारे। गुरु दे सन्मुख होया जीव गुरु की बाणी नूं गाउंदा है, गुरु की बाणी नूं बुझदा है और गुरु की बाणी दी विचार करदा है। गुर शब्द विचारे, सतगुर नूं सब को देखदा, जेता जगत संसार डिठे मुकत न होवे जिचर शब्द ना करे विचार। गुरमुख दी जीवन दी जुगत है। गुरु दे कोलों, गुरु कोलों जिहड़ी सब तो वड्डी दात वो गुरु शब्द दी विचार विचों प्राप्त हुंदी है। गुरबाणी बिरलो विचार सी, जे कोई गुरमुख होए, ये बाणी महापुरख की निज घर वासा होए। असल दे अंदर सानू जीवन दे अंदर जदों असीं गुरु दे शब्द नाल जुड़दे हां ते साडे अंदर विवेक बुद्ध पैदा हुंदी है, सच ते कूड़ दा निस्तारा करन वाली बिरती पैदा हुंदी। जिहड़ा बंदा हंस दी बिरती दे नाल जीवन दे अंदर गुरु शब्द दी विचार करदा है, वो सिर्फ नाम रूपी मोती चुगदा है। भाई पारो जुलका नूं गुरु अमरदास महाराज ने गुरमुख नूं परमहंस दी उपाधि दित्ती सी। सत संगत विच बैठ के जो सरोवर गुरु दा है, गुर सागर रतनी भरपूरे, अमृत संत चुगै नहीं दूरे, हर दस चोक चुगै प्रभ भावै, सरमर में हंस प्राण पत पावै। ये सरवर है, गुरु सरवर है। असी की बनना है? असी हंस बनना है। हंस कोल एक ताकत है, वो दुध ते पानी नूं वख कर लैंदा है। गुरु कोल साडे जीवन दे लई एक विचार है, उपदेश है। सच की है, कूड़ की है,
ਸਹੀ ਕੀ ਹੈ, ਗਲਤ ਕੀ ਹੈ, ਕਿਸ ਕਰਮ ਕਰਨ ਵਾਸਤੇ ਅਸੀਂ ਦੁਨੀਆ ਦੇ ਅੰਦਰ ਰਹੇ ਹਾਂ, ਕਿਵੇਂ ਅਸੀਂ ਇਸ 84 ਦੇ ਗੇੜ ਵਿੱਚੋਂ ਨਿਕਲ ਸਕਦੇ ਹਾਂ, ਦਰਗਾਹ ਦੇ ਅੰਦਰ ਜਮਾਂ ਦੀ ਫਾਈ ਤੋਂ ਕਿਵੇਂ ਬਚ ਸਕਦੇ ਹਾਂ। ਇਹ ਜਿਹੜੀ ਵਿਚਾਰ ਹੈ, ਇਹ ਸਾਡੀ ਵਿਵੇਕ ਬੁੱਧ ਜ਼ਿੰਦਗੀ ਦੇ ਅੰਦਰ, ਜਿਵੇਂ ਭਗਤ ਕਬੀਰ ਜੀ ਨੇ ਆਖਿਆ, ਹਰ ਹੈ ਖਾਨ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹੋ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕਹਿ ਖਾਏ। ਸਾਨੂੰ ਕੀੜੀ ਬਣ ਕੇ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ ਜਦੋਂ ਅਸੀਂ ਸੂਖਮ ਸਰੂਪ ਦੇ ਅੰਦਰ ਗੁਰੂ ਸ਼ਬਦ ਦੀ ਵਿਚਾਰ ਕਰਾਂਗੇ, ਕਿਉਂਕਿ ਇੱਕ ਸਥੂਲ ਪਸਾਰਾ ਹੈ। ਸਥੂਲ ਪਸਾਰੇ ਦੇ ਵਿੱਚੋਂ ਜਿਹੜੀ ਸੂਖਮ ਕਰਤੇ ਪੁਰਖ ਮਾਲਕ ਦੀ ਅਦ੍ਰਿਸ਼ਟ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਹੈ, ਉਸ ਨੂੰ ਪਕੜਨ ਵਾਸਤੇ ਸ਼ਬਦ ਦੇ ਰਾਹੀਂ ਪਕੜਿਆ ਜਾ ਸਕਦਾ ਹੈ। ਸ਼ਬਦ ਦੇ ਰਾਹੀਂ ਉਸ ਕਰਤੇ ਪੁਰਖ ਮਾਲਕ ਦੇ ਹੁਕਮ ਨੂੰ ਬੁੱਝਿਆ ਜਾ ਸਕਦਾ ਹੈ। ਸ਼ਬਦ ਦੇ ਰਾਹੀਂ ਉਸ ਕਰਤੇ ਪੁਰਖ ਮਾਲਕ ਦੀ ਪਛਾਣ ਹੁੰਦੀ ਹੈ। ਜਿਵੇਂ ਮਾਈਕਰੋਸਕੋਪ ਹੁੰਦਾ ਨਾ, ਮਾਈਕਰੋਸਕੋਪ ਦੇ ਅੰਦਰ ਇੱਕ ਛੋਟਾ ਸ਼ੀਸ਼ਾ ਲੱਗਾ ਹੁੰਦਾ, ਉਸ ਸ਼ੀਸ਼ੇ ਦੇ ਵਿੱਚੋਂ ਜਦ ਅਸੀਂ ਦੇਖਦੇ ਹਾਂ ਤੇ ਬਹੁਤ ਬਰੀਕ ਤੋਂ ਬਰੀਕ ਚੀਜ਼ ਦਿਸਦੀ ਹੈ। ਉਹ ਮਾਈਕਰੋ ਚੀਜ਼ ਵੀ ਸਾਨੂੰ ਦਿਸਦੀ ਹੈ ਜਿਹੜੀ ਆਮ ਅੱਖਾਂ ਨਾਲ ਨਹੀਂ ਦਿਸਦੀ। ਇਸੇ ਤਰੀਕੇ ਜਦੋਂ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਇਸ ਜ਼ਿੰਦਗੀ ਦੇ ਅੰਦਰ ਵਿਚਰਾਂਗੇ ਤੇ ਫਿਰ ਸਾਨੂੰ ਸੱਚ ਪ੍ਰਤੀਤ ਹੋਏਗਾ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਸਾਨੂੰ ਜੀਵਨ ਦੇ ਅੰਦਰ ਅਸਲੀਅਤ ਦਾ ਪਤਾ ਚੱਲੇਗਾ। ਇਸੇ ਨੂੰ ਮਹਾਰਾਜ ਨੇ ਆਖਿਆ, ਜਿਸ ਬੰਦੇ ਨੂੰ ਇਹ ਵਿਚਾਰ ਦੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ, ਉਹ ਬੰਦਾ ਹੰਸ ਬਣ ਜਾਂਦਾ, ਉਹ ਬੰਦਾ ਜ਼ਿੰਦਗੀ ਦੇ ਅੰਦਰ ਹੀਰੇ ਮੋਤੀ ਚੁਗਦਾ ਹੈ, ਵਿਵੇਕ ਬੁੱਧ ਗ੍ਰਹਿਣ ਕਰਦਾ ਹੈ, ਸ਼ੁਭ ਵਿਚਾਰ ਗ੍ਰਹਿਣ ਕਰਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਗੁਰਮੁਖ ਗਾਵੇ ਗੁਰਮੁਖ ਬੂਝੈ, ਗੁਰਮੁਖ ਸ਼ਬਦ ਵਿਚਾਰੇ। ਜੀਉ ਪਿੰਡ ਸਭ ਗੁਰ ਤੇ ਉਪਜੈ, ਗੁਰਮੁਖ ਕਾਰਜ ਸਵਾਰੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਹਨ ਕਿ ਜੀਉ ਪਿੰਡ ਸਭ ਗੁਰ ਤੇ ਉਪਜੈ, ਗੁਰਮੁਖ ਕਾਰਜ ਸਵਾਰੇ। ਆਤਮਿਕ ਜੀਵਨ ਦਾ ਜੋ ਕਾਰਜ ਹੈ ਉਹ ਗੁਰਮੁਖ ਹੀ ਸਵਾਰ ਸਕਦਾ ਹੈ, ਔਰ ਆਤਮਿਕ ਜੀਵਨ ਦੇ ਅੰਦਰ ਜੀਉ ਪਿੰਡ ਆਦਿਕ ਇਸ ਦੇਵੀ ਗੁਣ ਦੀ ਪ੍ਰਾਪਤੀ ਜਾਂ ਦੇਵੀ ਆਤਮਿਕ ਜੀਵਨ ਦੀ ਪ੍ਰਾਪਤੀ ਜੀਵਨ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਮਨਮੁਖ ਅੰਧਾ ਅੰਧ ਕਮਾਵੇ, ਬਿਖ ਖੱਟੇ ਸੰਸਾਰੀ। ਪਰ ਮਨਮੁਖ ਅੰਧਾ, ਸਤਿਗੁਰੂ ਕਹਿੰਦੇ ਨੇ, ਮਨ ਦੇ ਮਗਰ ਤੁਰਨ ਵਾਲਾ ਜੀਵ ਕੀ ਹੈ? ਆਤਮਿਕ ਤੌਰ ਦੇ ਉੱਤੇ ਅੰਨਾ ਹੈ, ਹਨੇਰੇ ਦੇ ਅੰਦਰ ਵਿਚਰ ਰਿਹਾ। ਉਸ ਦੇ ਕੋਲ ਉਹ ਅੱਖਾਂ ਨਹੀਂ ਹਨ ਜਿਹੜੀ ਵਿਵੇਕ ਬੁੱਧ ਦੀ ਵਿਚਾਰ ਕਰ ਸਕਣ, ਜਿਹੜੀ ਸੱਚ ਤੇ ਕੂੜ ਦੀ ਪਰਖ ਕਰ ਸਕਣ। ਉਸ ਬੰਦੇ ਕੋਲੋਂ ਦ੍ਰਿਸ਼ਟੀ ਨਹੀਂ ਹੈ, ਉਸ ਬੰਦੇ ਕੋਲੋਂ ਵਿਜ਼ਨ ਨਹੀਂ ਹੈ, ਉਸ ਬੰਦੇ ਕੋਲੋਂ ਐਟੀਟਿਊਡ ਨਹੀਂ ਹੈ, ਉਸ ਬੰਦੇ ਕੋਲੋਂ ਜ਼ਿੰਦਗੀ ਦਾ ਵਿਹਾਰ ਨਹੀਂ ਹੈ ਜਿਹੜਾ ਸੱਚ ਨੂੰ ਸਮਝ ਸਕੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਮਨਮੁਖ ਅੰਧਾ ਅੰਧ ਕਮਾਵੇ, ਉਹਦਾ ਵਿਹਾਰ ਜ਼ਿੰਦਗੀ ਦੇ ਅੰਦਰ ਕੂੜ ਕੁਸੱਤ ਨਾਲ ਭਰਿਆ ਹੋਇਆ ਹੈ, ਤੇ ਬਿਖ ਖੱਟੇ ਸੰਸਾਰੇ। ਜ਼ਿੰਦਗੀ ਦੇ ਅੰਦਰ ਖੱਟਦਾ ਕੀ ਹੈ? ਜ਼ਹਿਰ ਇਕੱਠੀ ਕਰ ਰਿਹਾ, ਜ਼ਹਿਰ ਦੀ ਕਮਾਈ ਕਰ ਰਿਹਾ, ਕੂੜ ਇਕੱਠਾ ਕਰ ਰਿਹਾ। ਤ੍ਰਿਸ਼ਨਾ ਦੇ ਅਧੀਨ, ਅਗਿਆਨਤਾ ਦੇ ਅਧੀਨ ਕੀਤੇ ਹੋਏ ਸਾਰੇ ਕਰਮ ਜ਼ਿੰਦਗੀ ਦੇ ਅੰਦਰ ਆਤਮਿਕ ਬਿਖ ਦੀ ਤਰ੍ਹਾਂ ਹਨ। ਮਾਇਆ ਮੋਹੇ ਸਦਾ ਦੁੱਖ ਪਾਏ, ਬਿਨ ਗੁਰ ਅਤ ਪਿਆਰੇ। ਸਤਿਗੁਰੂ ਕਹਿੰਦੇ ਨੇ, ਮਾਇਆ ਦੇ ਮੋਹ ਦੇ ਅੰਦਰ ਜੀਵ ਨੂੰ ਸਦਾ ਉਸ ਕਰਤੇ ਪੁਰਖ ਮਾਲਕ ਤੋਂ ਵਿਛੜ ਕੇ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਸੋਈ ਸੇਵਕ ਜੇ ਸਤਿਗੁਰ ਸੇਵੇ, ਚਾਲੈ ਸਤਿਗੁਰ ਭਾਏ। ਸਤਿਗੁਰੂ ਕਹਿੰਦੇ ਨੇ, ਜੋ ਚਾਲੇ ਸਤਿਗੁਰ ਭਾਏ ਸੋਈ ਸੇਵਕ। ਜਿਹੜੇ ਗੁਰੂ ਦੇ ਭਾਏ, ਗੁਰੂ ਦੀ ਰਜ਼ਾ ਅਨੁਸਾਰ, ਗੁਰੂ ਦੀ ਮਰਜ਼ੀ ਅਨੁਸਾਰ ਜ਼ਿੰਦਗੀ ਬਤੀਤ ਕਰਦੇ ਹਨ, ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਹਨ, ਐਸੇ ਜੀਵ ਗੁਰੂ ਦੇ ਸੇਵਕ ਹੋ ਜਾਂਦੇ ਹਨ। ਸੋ ਸੇਵਕ ਹਰ ਆਖੀਐ, ਜੇ ਹਰ ਰਾਖੈ ਉਰ ਧਾਰ। ਸਤਿਗੁਰੂ ਕਹਿੰਦੇ ਨੇ, ਹਿਰਦੇ ਅੰਦਰ ਹਰੀ ਨੂੰ ਵਸਾ ਕੇ ਰੱਖਦਾ, ਮਨ ਤਨ ਆਗੇ ਧਰੇ, ਹਉਮੈ ਵਿੱਚੋਂ ਮਾਰ। ਆਪਣੇ ਹਿਰਦੇ ਦੇ ਅੰਦਰੋਂ ਹਉਮੈ ਖਤਮ ਕਰਕੇ ਆਪਣਾ ਮਨ ਤੇ ਤਨ ਗੁਰੂ ਨੂੰ ਅਰਪਣ ਕਰਦਾ। ਉਹ ਗੁਰੂ ਦਾ ਸੇਵਕ ਹੈ, ਉਹ ਗੁਰੂ ਦਾ ਭਗਤ ਹੈ, ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਕੇ ਆਪਣੇ ਅੰਦਰੋਂ ਹਉਮੈ ਭਾਵ, ਆਪਣੇ ਅੰਦਰੋਂ ਆਪਾ ਭਾਵ ਖਤਮ ਕਰ ਲੈਂਦਾ ਹੈ। ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਏ। ਸਤਿਗੁਰੂ ਕਹਿੰਦੇ ਨੇ, ਉਸ ਦੇ ਹਿਰਦੇ ਦੇ ਅੰਦਰ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਦਾ ਸੱਚਾ ਸ਼ਬਦ ਵਸਦਾ। ਉਸ ਦੇ ਹਿਰਦੇ ਦੇ ਅੰਦਰ ਉਸ ਕਰਤੇ ਪੁਰਖ ਮਾਲਕ ਦੀ ਸੱਚੀ ਵਡਿਆਈ ਵਸਦੀ ਹੈ, ਤੇ ਉਸ ਦੇ ਹਿਰਦੇ ਦੇ ਅੰਦਰ ਸੱਚਾ ਨਾਮ ਵਸਦਾ ਹੈ। ਸੱਚੀ ਬਾਣੀ ਗੁਰਮੁਖ ਆਖੈ, ਹਉਮੈ ਵਿੱਚੋਂ ਹੋ ਜਾਏ। ਐਸਾ ਗੁਰਮੁਖ ਜੀਵ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈਂਦਾ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ, ਆਪਣੀ ਰਸਨਾ ਤੋਂ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਵਾਲੀ ਬਾਣੀ ਪੜ੍ਹਦਾ ਹੈ, ਨਿਤਨੇਮ ਕਰਦਾ, ਸਤ ਸੰਗਤ ਕਰਦਾ, ਸ਼ਬਦ ਨਾਲ ਆਪਣਾ ਚਿੱਤ ਜੋੜਦਾ ਹੈ। ਆਪੇ ਦਾਤਾ ਕਰਮ ਹੈ ਸਾਚਾ,
ਸਾਚਾ ਸ਼ਬਦ ਸੁਨਾਏ। ਉਸ ਨੂੰ ਇਸ ਗੱਲ